ਹੈਲੋ ਸਟੂਡੈਂਟਸ। ਕੋਆਰਡੀਨੇਸ਼ਨ ਕੈਮਿਸਟਰੀ ਤੁਸੀਂ ਕਰਦੇ ਪਏ ਹੋ। ਕੋਆਰਡੀਨੇਸ਼ਨ ਕੰਪਾਊਂਡਸ ਲੈਸਨ ਤੁਸੀਂ ਕਰਦੇ ਪਏ ਸੀਗੇ, ਜਿਹਦੇ 'ਚ ਤੁਸੀਂ ਫਸਟ ਆਫ ਆਲ ਜਿਹੜਾ ਕੰਮ ਕੀਤਾ ਉਹਦੇ 'ਚ IUPAC ਨੇਮਿੰਗ ਸਿੱਖੀ ਹੈ ਅਤੇ ਜਿਹੜੀਆਂ ਜਨਰਲ ਟਰਮਸ ਯੂਜ਼ ਹੁੰਦੀਆਂ ਨੇ ਕੋਆਰਡੀਨੇਸ਼ਨ ਕੈਮਿਸਟਰੀ ਦੇ ਵਿੱਚ ਉਹਨਾਂ ਬਾਰੇ ਤੁਸੀਂ ਜਾਣਕਾਰੀ ਲਿੱਤੀ ਹੈ। ਜਿਸ ਤਰ੍ਹਾਂ ਕੋਆਰਡੀਨੇਸ਼ਨ ਸਫੀਅਰ ਹੈ, ਲਾਈਗੈਂਡ ਹੈ, ਕੀਲੇਟ ਹੈ, ਨਿਊਟਰਲ ਲਾਈਗੈਂਡ, ਪੋਜ਼ੀਟਿਵ ਲਾਈਗੈਂਡ, ਨੈਗੇਟਿਵ ਲਾਈਗੈਂਡ ਜਿਹੜੀਆਂ ਟਾਈਪਸ ਕੀਤੀਆਂ ਸੀਗੀਆਂ। ਇਹਨਾਂ ਤੋਂ ਇਲਾਵਾ ਉਹਨਾਂ ਦੇ IUPAC ਨੇਮਿੰਗ ਕਿਸ ਤਰ੍ਹਾਂ ਕਰਨੀ ਹੈ, ਉਹਦੇ ਜਨਰਲ ਰੂਲਸ ਜਿਹੜੇ ਨੇ ਉਹ ਫੋਲੋ ਕਰਕੇ ਨੇਮਿੰਗ ਕੀਤੀ। ਰਿਵਰਸ ਕੀਤਾ, ਜੇ ਨੇਮ ਦਿੱਤਾ ਅਤੇ ਕੰਪਾਊਂਡ ਦਾ ਨਾਂ ਕਿਸ ਤਰ੍ਹਾਂ ਲਿਖਣਾ ਉਹ ਦੇਖਿਆ। ਡਬਲ ਸਾਲਟ ਅਤੇ ਕੋਆਰਡੀਨੇਸ਼ਨ ਜਿਹੜਾ ਕੰਪਾਊਂਡ ਆ ਉਹਦੇ 'ਚ ਫ਼ਰਕ ਜਿਹੜਾ ਉਹ ਕੀਤਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਅੱਜ ਦਾ ਟੌਪਿਕ ਜਿਹੜਾ ਉਹ ਹੈਗਾ ਆਈਸੋਮਰਿਜ਼ਮ ਇਨ ਕੋਆਰਡੀਨੇਸ਼ਨ ਕੰਪਲੈਕਸਿਸ। ਆਈਸੋਮਰਿਜ਼ਮ ਤੁਸੀਂ ਥੋੜ੍ਹਾ ਬਹੁਤਾ +1 ਦੇ ਵਿੱਚ ਆਰਗੈਨਿਕ ਕੈਮਿਸਟਰੀ ਦੇ ਵਿੱਚ ਕਰਕੇ ਆਏ ਸੀਗੇ, ਜਿਹਦੇ 'ਚ ਡਿਫਰੈਂਟ ਟਾਈਪਸ ਵੀ ਜਿਹੜੀਆਂ ਨੇ ਆਈਸੋਮਰਿਜ਼ਮ ਦੀਆਂ ਤੁਸੀਂ ਕੀਤੀਆਂ ਸੀਗੀਆਂ। ਆਈਸੋਮਰਿਜ਼ਮ ਦੇ ਵਿੱਚ ਗੱਲ ਆ ਜਾਂਦੀ ਹੈ ਕਿ ਉਹ ਕੰਪਾਊਂਡਸ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਰਹਿੰਦਾ ਅਤੇ ਸਟਰਕਚਰ ਜਿਹੜੀ ਉਹ ਡਿਫਰੈਂਟ ਹੋ ਜਾਂਦੀ ਹੈ। ਮੈਂ ਤੁਹਾਨੂੰ +1 ਦੀ ਹੀ ਇੱਕ ਐਗਜ਼ਾਮਪਲ ਜਿਹੜੀ ਹੈ ਉਹ ਥੋੜ੍ਹਾ ਜਿਹਾ ਉਹਦਾ ਰੈਫਰੈਂਸ ਮੈਂ ਦੇਣਾ ਕਿ ਮੈਂ ਤੁਹਾਨੂੰ ਇੱਕ ਜਨਰਲ ਐਗਜ਼ਾਮਪਲ ਦੇ ਨਾਲ ਆਈਸੋਮਰਿਜ਼ਮ ਸਮਝਾਉਣਾ ਕਿ ਇਹ ਇੱਕ ਨਾਰਮਲ ਬਿਊਟੇਨ ਹੈ, C4H10 ਇਹਦਾ ਮੋਲੀਕੂਲਰ ਫਾਰਮੂਲਾ। ਦਿਸ ਇਜ਼ ਇਟਸ ਮੋਲੀਕੂਲਰ ਫਾਰਮੂਲਾ। ਓਕੇ, ਹੁਣ ਇਹ ਵਾਲਾ CH3 ਗਰੁੱਪ ਮੰਨ ਲਓ ਸੈਕਿੰਡ ਲਾਸਟ ਕਾਰਬਨ 'ਤੇ ਚਲਾ ਜਾਂਦਾ ਅਤੇ ਉਹਦਾ ਹਾਈਡਰੋਜਨ ਇਸ ਕਾਰਬਨ ਦੇ ਨਾਲ ਅਟੈਚ ਹੋ ਜਾਵੇ ਅਤੇ ਸਟਰਕਚਰ ਕੁਛ ਇਸ ਤਰ੍ਹਾਂ ਦੀ ਨਜ਼ਰ ਆਏਗੀ। CH3 ਇਹ ਵਾਲਾ ਹੋ ਗਿਆ, C ਆਹ CH3 ਇਹਦੇ ਉੱਤੇ ਲੱਗ ਗਿਆ, ਨੀਚੇ H ਲੱਗਾ ਹੋਇਆ, H ਅਤੇ ਇਹ ਵਾਲਾ H ਇਸ ਕਾਰਬਨ ਦੇ ਨਾਲ ਲੱਗ ਗਿਆ। ਹੁਣ ਇਹ ਪੇਰੈਂਟ ਕਾਰਬਨ ਚੇਨ ਜਿਹੜੀ ਹੈ ਉਹ 3 ਦੀ ਰਹਿ ਗਈ। ਇਹ ਨਾਰਮਲ ਬਿਊਟੇਨ ਸੀ ਅਤੇ ਇਹ ਬਣ ਜਾਏਗੀ ਆਈਸੋਬਿਊਟੇਨ। ਇਹਦਾ ਜੇ IUPAC ਨੇਮਿੰਗ ਕਰੀਏ ਇਹਦੀ IUPAC ਨੇਮ ਕੀ ਬਣ ਜਾਏਗਾ, N3 2 ਮਿਥਾਇਲ ਤਿੰਨ ਦੀ ਕਾਰਬਨ ਚੇਨ ਹੈ, ਪ੍ਰੋਪੇਨ। ਫਾਰਮੂਲਾ ਮੋਲੀਕੂਲਰ ਫਾਰਮੂਲਾ ਇਹਦਾ ਵੀ C4H10 ਹੈ। 1 2 3 ਅਤੇ 1 4 ਕਾਰਬਨ ਨੇ, 3 3 6 7 3 10 ਹਾਈਡਰੋਜਨ ਨੇ। ਇੱਕ ਤਰ੍ਹਾਂ ਦਾ ਇੱਕ ਆਈਸੋਮਰਿਜ਼ਮ ਸ਼ੋ ਹੋਇਆ। ਮੈਂ ਜਸਟ ਤੁਹਾਨੂੰ ਐਗਜ਼ਾਮਪਲ ਸਮਝਾਈ ਹੈ ਕਿ ਇਹਨਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਰਿਹਾ, ਜਦ ਕਿ ਸਟਰਕਚਰਲ ਫਾਰਮੂਲਾ ਜਿਹੜਾ ਉਹ ਡਿਫਰੈਂਟ ਹੋ ਗਿਆ ਜਾਂ ਉਹ ਚੇਂਜ ਹੋ ਗਿਆ। ਠੀਕ ਹੈ, ਇਸੇ ਤਰ੍ਹਾਂ ਦਾ ਆਈਸੋਮਰਿਜ਼ਮ ਹੁਣ ਸਮਝ ਆ ਗਈ ਹੋਏਗੀ ਮੇਰੇ ਖਿਆਲ ਸਾਰਿਆਂ ਨੂੰ ਆਈਸੋਮਰਿਜ਼ਮ ਦੀ। ਹੁਣ ਆਈਸੋਮਰਿਜ਼ਮ ਜਿਹੜਾ ਅਸੀਂ ਕਰਨਾ ਉਹ ਹੈਗਾ ਇਨ ਕੋਆਰਡੀਨੇਸ਼ਨ ਕੰਪਾਊਂਡਸ ਜਾਂ ਕੋਆਰਡੀਨੇਸ਼ਨ ਕੰਪਲੈਕਸਿਸ ਦੇ ਵਿੱਚ ਆਈਸੋਮਰਿਜ਼ਮ ਕਿਸ ਤਰ੍ਹਾਂ ਹੁੰਦਾ ਜਾਂ ਉਹਦੀਆਂ ਕੀ ਟਾਈਪਸ ਨੇ। ਇਹਦੀ ਪ੍ਰੋਪਰ ਇੱਕ ਕਲਾਸੀਫਿਕੇਸ਼ਨ ਹੈ ਕਿ ਆਈਸੋਮਰਿਜ਼ਮ ਜਿਹੜਾ ਹੈ ਕੋਆਰਡੀਨੇਸ਼ਨ ਕੰਪਲੈਕਸਿਸ ਦੇ ਵਿੱਚ ਮੇਨ 2 ਟਾਈਪਸ ਜਿਹੜੀਆਂ ਨੇ ਅਸੀਂ ਪੜ੍ਹਦੇ ਹਾਂ। ਇੱਕ ਟਾਈਪ ਹੁੰਦੀ ਹੈ ਜਿਹਨੂੰ ਅਸੀਂ ਬੋਲਦੇ ਹਾਂ ਸਟਰਕਚਰਲ ਆਈਸੋਮਰਿਜ਼ਮ, ਦੂਸਰੀ ਹੁੰਦੀ ਹੈ ਉਹਨੂੰ ਅਸੀਂ ਬੋਲਦੇ ਹਾਂ ਸਟੀਰੀਓ ਆਈਸੋਮਰਿਜ਼ਮ। ਆਈਸੋਮਰਿਜ਼ਮ ਮੇਨ 2 ਟਾਈਪਸ ਦਾ ਹੁੰਦਾ। ਵਨ ਇਜ਼ ਸਟਰਕਚਰਲ ਆਈਸੋਮਰਿਜ਼ਮ, and another is stereoisomerism. ਸਟੀਰੀਓ ਦਾ ਮਤਲਬ ਆ ਜਾਂਦਾ ਸਪੇਸ, ਜਗ੍ਹਾ, ਪਲੇਸ, ਸਥਾਨ ਜਿਹਨੂੰ ਅਸੀਂ ਕਹਿੰਦੇ ਇਹ ਸਾਰੀ ਚੀਜ਼ਾਂ ਸਟੀਰੀਓ ਦਾ ਮਤਲਬ ਉਹ ਆ ਜਾਂਦਾ। ਸਟਰਕਚਰਲ ਆਈਸੋਮਰਿਜ਼ਮ ਦੀਆਂ ਅੱਗੇ ਫਿਰ 5 ਟਾਈਪਸ ਹੁੰਦੀਆਂ ਨੇ। ਵਨ ਇਜ਼ ਆਇਓਨਾਈਜੇਸ਼ਨ ਆਈਸੋਮਰਿਜ਼ਮ,
another is solvate isomerism, और solvate isomerism ਨੂੰ ਅਸੀਂ hydrate isomerism ਵੀ ਬੋਲਦੇ ਹਾਂ, hydrate isomerism. Another is, third type is linkage isomerism. Fourth is coordination position isomerism. Coordination position isomerism. And fifth is coordination isomerism. ਇਹ 5 ਟਾਈਪਸ ਨੇ ਸਟਰਕਚਰਲ ਆਈਸੋਮਰਿਜ਼ਮ ਦੀਆਂ। ਆਇਓਨਾਈਜੇਸ਼ਨ ਆਈਸੋਮਰਿਜ਼ਮ, ਸੋਲਵੇਟ ਔਰ ਹਾਈਡਰੇਟ ਆਈਸੋਮਰਿਜ਼ਮ, ਲਿੰਕੇਜ ਆਈਸੋਮਰਿਜ਼ਮ, ਕੋਆਰਡੀਨੇਸ਼ਨ ਪੋਜੀਸ਼ਨ ਆਈਸੋਮਰਿਜ਼ਮ ਅਤੇ ਕੋਆਰਡੀਨੇਸ਼ਨ ਆਈਸੋਮਰਿਜ਼ਮ। ਠੀਕ ਹੈ। ਸਟੀਰੀਓ ਆਈਸੋਮਰਿਜ਼ਮ ਦੀਆਂ 2 ਟਾਈਪਸ ਨੇ। ਵਨ ਇਜ਼ ਜਿਓਮੈਟਰੀਕਲ ਆਈਸੋਮਰਿਜ਼ਮ, geometrical isomerism, and another is optical isomerism. ਤੁਹਾਨੂੰ ਸ਼ਾਇਦ ਯਾਦ ਹੋਏਗਾ +1 ਦੇ ਵਿੱਚ ਮੈਂ ਤੁਹਾਨੂੰ ਜਿਓਮੈਟਰੀਕਲ ਆਈਸੋਮਰਿਜ਼ਮ ਬਾਰੇ ਸਿਸ ਟ੍ਰਾਂਸ ਆਈਸੋਮਰਿਜ਼ਮ ਕਰਵਾਇਆ ਸੀਗਾ। ਆਪਟੀਕਲ ਆਈਸੋਮਰਿਜ਼ਮ ਦਾ ਜ਼ਿਕਰ ਉਦੋਂ ਵੀ ਆਇਆ ਸੀਗਾ, ਪਰ ਲੇਕਿਨ ਉਦੋਂ ਅਸੀਂ ਕਿਹਾ ਸੀਗਾ ਕਿ ਇਹ ਚੀਜ਼ ਜਿਹੜੀ ਸੀ +2 'ਚ ਜਾ ਕੇ ਸਿੱਖੋਗੇ, ਅਤੇ ਇਹ ਹੁਣ ਟਾਈਮ ਆ ਗਿਆ। ਇਹਦੀ ਪੂਰੀ ਕਲਾਸੀਫਿਕੇਸ਼ਨ structural isomerism and geometrical isomerism. Structural isomerism ਦੀਆਂ 5 types ਨੇ। ionization isomerism, hydrate isomerism, linkage isomerism, coordination isomerism, coordination position isomerism, geometrical stereo isomerism ਦੀਆਂ 2 types, geometrical ਅਤੇ optical 2 types ਜਿਹੜੀਆਂ ਨੇ ਉਹ ਆ ਜਾਂਦੀਆਂ ਨੇ। ਇਹਦੇ ਵਿੱਚ ਸਭ ਤੋਂ ਪਹਿਲੇ ਹੁਣ ਅਸੀਂ ਕਰਾਂਗੇ ionization isomerism। ਹੁਣ ਜਿਸ ਤਰ੍ਹਾਂ ਕਿ ਆਇਓਨਾਈਜੇਸ਼ਨ ਆਈਸੋਮਰਿਜ਼ਮ ਉਹਦੇ ਨਾਂ ਤੋਂ ਹੀ ਥੋੜ੍ਹਾ ਜਿਹਾ ਜਜਮੈਂਟ ਹੋ ਜਾਂਦਾ। ਆਇਓਨਾਈਜੇਸ਼ਨ ਮੈਨੇ ਆਇਓਨਾਈਜ਼ ਹੋਣਾ, ਟੁੱਟਣਾ। ਇੱਕ ਕੰਪਲੈਕਸ ਜਿਹੜਾ ਉਹ ਟੁੱਟਦਾ, ਉਹਦੀ ਬ੍ਰੇਕੇਜ ਹੁੰਦੀ ਹੈ, ਜਾਂ ਅਸੀਂ ਕਹਿ ਲਈਏ ਕਿ ਜਦੋਂ ਉਹਦਾ ਅਸੀਂ ਕੋਈ ਐਕੁਅਸ ਸੋਲੂਸ਼ਨ ਬਣਾਉਂਦੇ ਹਾਂ ਉਸ ਵੇਲੇ ਜਿਹੜਾ ਉਹਦਾ ਕਾਊਂਟਰ ਆਇਨ ਨਿਕਲਦਾ। ਕਾਊਂਟਰ ਆਇਨ ਦਾ ਮਤਲਬ ਹੈ ਜਿਹੜਾ ਹਿੱਸਾ ਜਦੋਂ ਅਸੀਂ ਐਕੁਅਸ ਸੋਲੂਸ਼ਨ ਬਣਾਉਂਦੇ ਹਾਂ ਜਿਹੜਾ ਹਿੱਸਾ ਟੁੱਟ ਕੇ ਦੂਸਰਾ ਨਾਲ ਬਣਦਾ। ਫੋਰ ਐਗਜ਼ਾਮਪਲ NaCl ਸੋਡੀਅਮ ਕਲੋਰਾਈਡ ਨੂੰ ਤੁਸੀਂ ਪਾਣੀ ਦੇ ਵਿੱਚ ਮਿਕਸ ਕਰਦੇ ਹੋ ਅਤੇ Na ਪੋਜ਼ੀਟਿਵ ਅਤੇ +Cl ਨੈਗੇਟਿਵ। ਇਹ Cl ਨੈਗੇਟਿਵ ਅਸੀਂ ਕਹਿ ਸਕਦੇ ਹਾਂ ਕਿ Na ਪੋਜ਼ੀਟਿਵ ਦਾ ਕਾਊਂਟਰ ਆਇਨ ਜਿਹੜਾ ਉਹ Cl ਨੈਗੇਟਿਵ ਹੈ। ਠੀਕ ਹੈ। ਇਸ ਤਰ੍ਹਾਂ ਬਾਕੀ ਦੀ ਐਗਜ਼ਾਮਪਲਸ ਨੇ। ਇਸੇ ਤਰ੍ਹਾਂ ਕੋਆਰਡੀਨੇਸ਼ਨ ਕੰਪਲੈਕਸਿਸ ਦੇ ਵਿੱਚ ਜਦੋਂ ਆਇਓਨਾਈਜੇਸ਼ਨ ਆਇਓਨਾਈਜੇਸ਼ਨ ਹੁੰਦੀ ਹੈ, ਜਦੋਂ ਐਕੁਅਸ ਸੋਲੂਸ਼ਨ ਬਣਦਾ ਹੈ ਕਿਸੇ ਕੋਆਰਡੀਨੇਸ਼ਨ ਕੰਪਲੈਕਸ ਦਾ, ਉਸ ਵੇਲੇ ਉਹ ਆਪਣੇ ਆਇਨਸ ਵਿੱਚ ਟੁੱਟਦਾ। ਹੁਣ ਇਹਦੀ ਬਾਈ ਡੈਫੀਨੇਸ਼ਨ ਅਸੀਂ ਕਹਿ ਸਕਦੇ ਹਾਂ ਕਿ ਆਇਓਨਾਈਜੇਸ਼ਨ ਆਈਸੋਮਰਿਜ਼ਮ ਕੀ ਹੈ, ਜਾਂ ਆਈਸੋਮਰਸ ਦੋਜ਼ ਹੈਵ ਸੇਮ ਕੈਮੀਕਲ ਫਾਰਮੂਲਾ ਬਟ ਡਿਫਰੈਂਟ ਸਟਰਕਚਰਲ ਅਰੇਂਜਮੈਂਟ ਆਫ ਐਟਮਸ ਔਰ ਗਰੁੱਪ ਆਫ ਐਟਮਸ ਅਸੀਂ ਕਹਿ ਸਕਦੇ ਹਾਂ। ਹੁਣ ਮੈਂ ਤਾਂ ਤੁਹਾਨੂੰ ਇਹ ਇੱਕ ਐਗਜ਼ਾਮਪਲ ਦੇ ਨਾਲ ਸਮਝਾਵਾਂਗਾ ਕਿ ਫੋਰ ਐਗਜ਼ਾਮਪਲ ਕਿ ਸਾਡੇ ਕੋਲ ਇੱਕ ਕੰਪਲੈਕਸ ਹੈ, ਸੇ ਕੋਬਾਲਟ ਦਾ ਕੰਪਲੈਕਸ ਹੈ COBr NH3 5 ਟਾਈਮਸ ਅਤੇ SO4। ਹੁਣ ਫਸਟ ਆਫ ਆਲ ਤਾਂ ਤੁਹਾਨੂੰ ਇਹਦਾ IUPAC ਨੇਮ ਆਉਣਾ ਚਾਹੀਦਾ। ਇਹਦਾ IUPAC ਨੇਮ ਕੀ ਹੋਏਗਾ? ਪੈਂਟਾ ਅਮਾਈਨ ਬ੍ਰੋਮਾਈਡੋ ਕੋਬਾਲਟ 3 ਸਲਫੇਟ, ਇਹੀ ਹੋਏਗਾ ਇਹਦਾ IUPAC ਨੇਮ, ਕਿਉਂਕਿ ਸਲਫੇਟ 2 ਨੈਗੇਟਿਵ ਹੈ, ਬ੍ਰੋਮਾਈਡ 1 ਨੈਗੇਟਿਵ ਹੈ, ਐਮਾਈਨ ਨਿਊਟਰਲ ਹੈ। ਠੀਕ ਹੈ। IUPAC ਦੇ ਜਿਹੜੇ ਰੂਲਸ ਆ ਫੋਲੋ ਕਰੋ ਅਤੇ ਕੀ ਬਣ ਜਾਏਗਾ?
ਪੈਂਟਾ ਅਮਾਈਨ लिख ही देना, पेंटा अमाइन, ब्रोमाइडो, मेटल कोबाल्ट, ऑक्सीडेशन स्टेट यदि फाइंड आउट करोगे तो 3 आएगी। एक्स यदि ऑक्सीडेशन स्टेट जी है वो 2 तो 1 3 हो जानी, 3 पॉजिटिव हो जानी। तो एंड के उत्ते जड़ा आयोनाइजेशन स्फीयर भी है दैट इज़ सल्फेट। कोई भी लैटर जड़ा वो कैपिटल लैटर नहीं पएगा, स्मॉल लैटर ही जड़े वो सारे यूज़ होणगे। मैं तुहानूं इंस्ट्रक्शन दित्ती हुई है। ਇਹਦੇ ਵਿੱਚ ਹੁਣ ਇਹ ਇੱਕ ਜਿਹੜਾ ਕੰਪਲੈਕਸ ਜਿਹੜਾ ਆ ਰਿਹਾ ਹੈ, ਇਹ ਜਿਹੜਾ ਕੰਪਲੈਕਸ ਤੁਸੀਂ ਲਿਖਿਆ, ਜੇ ਇਹਦਾ ਐਕਵਾ ਸੋਲੂਸ਼ਨ ਬਣਾਇਆ ਜਾਵੇ, ਮਤਲਬ ਇਹਨੂੰ ਤੁਸੀਂ ਪਾਣੀ ਦੇ ਵਿੱਚ ਘੋਲਦੇ ਹੋ प्लस एक्वा या एक्वो, ਇਹਦਾ ਮਤਲਬ ਹੁੰਦਾ ਇਹਨੂੰ ਪਾਣੀ ਦੇ ਵਿੱਚ ਤੁਸੀਂ ਘੋਲਿਆ, ਜਾਂ ਕੁਛ ਬੁੱਕਸ ਨੇ ਸਿੱਧਾ AQ ਪਾਇਆ ਹੋਏਗਾ, ਉਹਦਾ ਵੀ ਮਤਲਬ ਇਹੀ ਹੈ। ਅਤੇ ਇਹ ਕਾਹਦੇ 'ਚ ਆਇਓਨਾਈਜ਼ ਹੋ ਜਾਏਗਾ? ਇਹਦਾ ਕੋਆਰਡੀਨੇਸ਼ਨ ਸਫੀਅਰ COBr NH3 5 टाइम्स प्लस SO4 हमेशा 2 नैगेटिव होंदा, जे 2 नैगेटिव है तो बट नैचुरल 2 पॉजिटिव होएगा। और यह जड़ा कंपलैक्स है दिस इज़ ऑफ वायलट कलर, जामनू रंग का होएगा, यह वायलट कलर का है। देखो इन्हां दे जिहड़े कलर्स हुंदे ने बड़े पर्टिकुलर हुंदे ने, ਜਿਹੜੇ ਕੰਪਲੈਕਸਿਸ ਨੇ ਇਹਨਾਂ ਦੇ ਕਲਰਸ ਜਿਹੜੇ ਨੇ ਪਰਟੀਕੂਲਰ ਨੇ, ਤੁਸੀਂ ਆਪਣੇ ਕੋਲੋਂ ਕੁਛ ਨਹੀਂ ਲਿਖ ਸਕਦੇ। ਔਰ ਹੁਣ ਆਇਓਨਾਈਜ਼ ਹੋਇਆ ਸਲਫੇਟ ਜਿਹੜਾ ਆਇਨ ਸੀਗਾ ਉਹ ਆਇਓਨਾਈਜ਼ ਹੋ ਕੇ ਜਿਹੜਾ ਉਹ ਨੈਗੇਟਿਵ, ਇਹ ਇਹਦਾ ਕਟਾਇਨਿਕ ਪਾਰਟ ਹੋ ਗਿਆ, ਇਹਦਾ ਅਨਾਇਨਿਕ ਪਾਰਟ ਹੋ ਗਿਆ। ਹੁਣ ਜੇ ਇਹਦਾ ਮੰਨ ਲਓ ਅਸੀਂ ਮੋਲੀਕੂਲਰ ਫਾਰਮੂਲੇ ਦੀ ਗੱਲ ਕਰੀਏ ਤਾਂ ਮੋਲੀਕੂਲਰ ਫਾਰਮੂਲੇ 'ਚ ਇੱਕ ਕੋਬਾਲਟ 1 Br 5 NH3 ने ते एक सल्फेट। ਇਹਦਾ ਮੋਲੀਕੂਲਰ ਫਾਰਮੂਲੇ ਦੇ ਅਕੋਰਡਿੰਗਲੀ ਇਹਦੇ ਜਿਹੜੇ ਨੇ ਇਨਗਰੀਡੀਐਂਟਸ ਨੇ, ਜਾਂ ਅਸੀਂ ਕਹਿ ਲਈਏ ਕਿ ਮੋਲੀਕੂਲਰ ਫਾਰਮੂਲੇ ਦੇ ਇਨਗਰੀਡੀਐਂਟਸ ਜਾਂ ਇਹਨਾਂ ਚੀਜ਼ਾਂ ਨੂੰ ਮਿਲ ਕੇ ਜਿਹੜਾ ਇਹ ਕੰਪਲੈਕਸ ਬਣਿਆ। ਹੁਣ ਮੰਨ ਲਓ ਮੋਲੀਕੂਲਰ ਫਾਰਮੂਲਾ ਇਹਦਾ ਇਹ ਹੈ, ਸਟਰਕਚਰਲ ਫਾਰਮੂਲਾ ਇਹਦਾ ਇਹ ਸੀਗਾ, ਆਇਓਨਾਈਜੇਸ਼ਨ ਆਈਸੋਮਰਿਜ਼ਮ ਹੈ। ਇਹਦੇ ਪਾਰਟਸ ਜਿਹੜੇ ਨੇ ਉਹ ਇਸ ਤਰੀਕੇ ਨਾਲ ਆਪਣੇ ਆਪ ਨੂੰ ਐਡਜਸਟ ਕਰਨ ਕਿ ਮੋਲੀਕੂਲਰ ਫਾਰਮੂਲਾ ਸੇਮ ਰਵੇ, ਪਰ ਸਟਰਕਚਰ ਅਤੇ ਉਹਦੀ ਨੇਚਰ ਸਭ ਕੁਛ ਚੇਂਜ ਹੋ ਜਾਵੇ। ਕਿਸ ਤਰ੍ਹਾਂ ਹੋਏਗਾ? ਲੈਟ ਅਸ ਸੀ। ਇਹਦੇ 'ਚ ਸਿਰਫ ਜਿਹੜਾ CO NH3 5 टाइम SO4 ਤੇ Br ਕਰ ਦਿੱਤਾ ਜਾਵੇ, ਜਾਂ ਕੰਡੀਸ਼ਨਸ ਇਹੋ ਜਿਹੀਆਂ ਬਣ ਜਾਣ ਕਿ ਇਹ ਇਸ ਤਰ੍ਹਾਂ ਦਾ ਹੋ ਜਾਵੇ। ਹੁਣ ਇਹਦੇ ਜਿਹੜਾ ਆਇਓਨਾਈਜੇਸ਼ਨ ਸਫੀਅਰ ਹੈ ਉਹਦੇ ਵਿੱਚ Br ਚਲਾ ਗਿਆ। ਪਹਿਲੇ Br ਐਕਟ ਕਰ ਰਿਹਾ ਸੀ ਐਜ਼ ਏ ਲਾਈਗੈਂਡ, ਅਤੇ ਸਲਫੇਟ ਐਕਟ ਕਰ ਰਿਹਾ ਸੀਗਾ ਐਜ਼ ਏ ਆਇਓਨਾਈਜੇਸ਼ਨ ਸਫੀਅਰ। ਪਰ ਹੁਣ ਥਿੰਗਸ ਆਰ ਚੇਂਜਡ। ਇੱਥੇ ਜਿਹੜਾ ਹੁਣ Br ਹੈ ਉਹ ਆਇਓਨਾਈਜੇਸ਼ਨ ਸਫੀਅਰ ਦੀ ਤਰ੍ਹਾਂ ਐਕਟ ਕਰ ਰਿਹਾ, ਅਤੇ ਜਿਹੜਾ ਸਲਫੇਟ ਹੈ ਉਹ ਇੱਕ ਲਾਈਗੈਂਡ ਦੀ ਤਰ੍ਹਾਂ ਐਕਟ ਕਰ ਰਿਹਾ ਸਭ ਤੋਂ ਪਹਿਲੇ। ਅਤੇ ਇਹਦਾ ਨੇਮ ਜਿਹੜਾ ਉਹ ਚੇਂਜ ਹੋ ਜਾਏਗਾ। ਠੀਕ ਹੈ, ਹੁਣ ਇਹਦਾ ਨੇਮ ਚੇਂਜ ਹੋ ਕੇ ਕੀ ਹੋ ਜਾਏਗਾ? ਮੈਂ ਹੁਣ ਇਹ ਐਗਜ਼ਾਮਪਲ ਜਿਹੜੀ ਹੈ ਉੱਤੇ ਕਰਨ ਲੱਗਾ। ਮੈਂ ਇੱਥੇ ਪਹਿਲੇ ਨਾਂ ਲਿਖਦਾ, ਇਹਦਾ ਨੇਮ ਕੀ ਚੇਂਜ ਹੋ ਕੇ ਹੋ ਜਾਏਗਾ? ਚੇਂਜ ਹੋ ਜਾਏਗਾ ਪੈਂਟਾ ਅਮਾਈਨ सल्फेटो कोबाल्ट 3 ब्रोमाइड। UPSC नेम चेंज हो गया। सब तो पहला तो काम यही हो गया। मॉलिक्यूलर फार्मूला रिमेन सेम, एक कोबाल्ट है, एक Br है,
NH3 5 टाइम है, SO4 1 है, पर लेकिन ਉਹਦਾ ਸਟਰਕਚਰ ਚੇਂਜ ਹੋ ਗਿਆ। ਸਭ ਤੋਂ ਪਹਿਲੇ ਤਾਂ ਉਹਦਾ ਨੇਮ ਹੀ ਚੇਂਜ ਹੋ ਗਿਆ। ਹੁਣ ਇਹਦਾ ਕਾਊਂਟਰ ਆਇਨ ਕੀ ਬਣੇਗਾ? ਜੇ ਮੰਨ ਲਓ ਅਸੀਂ ਇਹਦਾ ਐਕੁਅਸ ਸੋਲੂਸ਼ਨ ਬਣਾਉਂਦੇ ਹਾਂ, ਹੁਣ ਕਾਊਂਟਰ ਆਇਨ ਵੀ ਚੇਂਜ ਹੋ ਜਾਏਗਾ, ਬਟ ਨੈਚੁਰਲ ਹੈ, ਕਾਊਂਟਰ ਆਇਨ ਵਿਲ ਬੀ ਚੇਂਜਡ। ਇਹਦਾ ਐਕੁਅਸ ਸੋਲੂਸ਼ਨ ਬਣਾਉਂਦੇ ਹਾਂ ਅਤੇ ਇਹਦਾ ਆਇਨ ਕੀ ਹੋ ਜਾਏਗਾ? CO NH3 5 टाइम SO4 1 पॉजिटिव प्लस Br1 नैगेटिव, क्योंकि Br1 पॉजिटिव तो नैगेटिव होंगे। ठीक है, ਇਹਦਾ UPSC नेम भी चेंज हो गया। और जिमें ही ये चेंज आया, ਇਹਦੇ ਸਭ ਤੋਂ ਪਹਿਲੇ तो ਜਿਹੜਾ IUPAC नेम चेंज होया, सैकेंडली ਇਹਦੀਆਂ प्रॉपर्टीज सारियां चेंज हो गई, थर्डली ਇਹਦਾ कलर, ਇਹ ਰੈੱਡ ਕਲਰ ਦਾ, ਇਹ ਵਾਇਲਟ ਕਲਰ ਦਾ ਕੰਪਲੈਕਸ ਹੈ, ਇਹ ਰੈੱਡ ਕਲਰ ਦਾ ਕੰਪਲੈਕਸ ਹੈ। ਦਿਸ ਇਜ਼ ਆਲ ਅਬਾਊਟ ਆਇਓਨਾਈਜੇਸ਼ਨ ਆਈਸੋਮਰਿਜ਼ਮ। ਇਹ ਆਇਓਨਾਈਜੇਸ਼ਨ ਆਈਸੋਮਰਿਜ਼ਮ ਹੋਇਆ ਜਿਹਦੇ ਕਰਕੇ ਆਇਓਨਾਈਜੇਸ਼ਨ ਸਫੀਅਰ ਜਿਹੜਾ ਉਹਦੇ 'ਚ ਚੇਂਜ ਆ ਗਿਆ। ਆਇਓਨਾਈਜੇਸ਼ਨ ਸਫੀਅਰ ਜਿਹੜਾ ਉਹਦੇ ਵਿੱਚ ਚੇਂਜ ਆ ਗਿਆ। ਪਹਿਲੇ ਆਇਓਨਾਈਜੇਸ਼ਨ ਸਫੀਅਰ ਸਲਫੇਟ ਸੀਗਾ, Br ਜਿਹੜਾ ਉਹ ਐਜ਼ ਐਕਟ ਕਰ ਰਿਹਾ ਸੀ ਲਾਈਗੈਂਡ। ਹੁਣ Br ਜਿਹੜਾ ਉਹ ਆਇਓਨਾਈਜੇਸ਼ਨ ਸਫੀਅਰ ਐਕਟ ਕਰ ਰਿਹਾ ਅਤੇ ਸਲਫੇਟ ਐਕਟ ਕਰ ਰਿਹਾ ਐਜ਼ ਏ ਲਾਈਗੈਂਡ। ਇੱਥੇ ਸਲਫੇਟ ਆਇਓਨਾਈਜੇਸ਼ਨ ਸਫੀਅਰ ਹੈ ਅਤੇ Br ਲਾਈਗੈਂਡ ਹੈ। ਇੱਥੇ ਹੁਣ Br ਜਿਹੜਾ ਉਹ ਆਇਓਨਾਈਜੇਸ਼ਨ ਸਫੀਅਰ, ਸਲਫੇਟ ਜਿਹੜਾ ਉਹ ਲਾਈਗੈਂਡ ਦੀ ਤਰ੍ਹਾਂ ਐਕਟ ਕਰ ਰਿਹਾ। ਠੀਕ। ਸੈਕੰਡਲੀ ਇਹਨਾਂ ਦੇ ਜਿਹੜੇ ਰਿਐਕਸ਼ਨਸ ਹੋਣਗੇ ਅੱਗੇ, ਕਨਫਰਮੇਸ਼ਨਸ ਰਿਐਕਸ਼ਨਸ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਚੇਂਜ ਆ ਜਾਂਦਾ। ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਮਝਾਉਣਾ ਕਿ ਇਹਨਾਂ ਦੋਨਾਂ ਦੇ ਮੰਨ ਲਓ ਐਕੁਅਸ ਸੋਲੂਸ਼ਨ ਪਏ ਨੇ। ਪਹਿਲੀ ਗੱਲ ਤਾਂ ਚਲੋ ਇੱਕ ਰੈੱਡ ਹੈ, ਇੱਕ ਵਾਇਲਟ ਹੈ, ਸਾਨੂੰ ਵੈਸੇ ਪਤਾ ਲੱਗ ਰਿਹਾ। ਅਤੇ ਜੇ ਮੰਨ ਲਓ ਕਲਰ ਦੀ ਆਈਡੈਂਟੀਫਿਕੇਸ਼ਨ ਨਾ ਹੋਵੇ, ਸਾਨੂੰ ਨਹੀਂ ਪਤਾ ਕਿ ਰੈੱਡ ਕਿਹਦਾ ਵਾਇਲਟ ਕਿਹਦਾ, ਅਤੇ ਇਹਦੀ ਕਿਸ ਤਰ੍ਹਾਂ ਅਸੀਂ ਆਈਡੈਂਟੀਫਿਕੇਸ਼ਨ ਕਰਾਂਗੇ? ਇੱਥੇ ਇੱਕ ਟੈਸਟ ਲੱਗਦਾ ਜਿਹਨੂੰ ਅਸੀਂ ਕਹਿੰਦੇ ਹਾਂ BaCl2 ਟੈਸਟ। ਬੇਰੀਅਮ ਕਲੋਰਾਈਡ ਟੈਸਟ, BaCl2 ਟੈਸਟ, ਬੇਰੀਅਮ ਕਲੋਰਾਈਡ ਟੈਸਟ। ਬੇਰੀਅਮ ਕਲੋਰਾਈਡ ਟੈਸਟ, ਬੇਰੀਅਮ ਕਲੋਰਾਈਡ ਦਾ ਐਕੁਅਸ ਸੋਲੂਸ਼ਨ ਹੁੰਦਾ। ਉਹ ਐਕੁਅਸ ਸੋਲੂਸ਼ਨ ਜੇ ਕੰਪਾਊਂਡ ਦੇ ਵਿੱਚ ਸਲਫੇਟ ਆਇਨ ਫਰੀ ਹੈ, ਇਹ ਬੇਰੀਅਮ ਕਲੋਰਾਈਡ ਦਾ ਸੋਲੂਸ਼ਨ ਉਹਦੇ 'ਚ ਡਿਪ ਕਰਦੇ ਹਾਂ ਸਾਰੀ, ਉਹਦੇ 'ਚ ਪਾਉਂਦੇ ਹਾਂ ਸਾਰੀ, ਉਸੇ ਵੇਲੇ ਵਾਈਟ ਪ੍ਰੈਸੀਪੀਟੇਸ਼ਨ ਬੇਰੀਅਮ ਸਲਫੇਟ ਦੀ ਬਣ ਕੇ ਥੱਲੇ ਬੈਠ ਜਾਂਦੀ ਹੈ। ਮੰਨ ਲਓ 2 ਟੈਸਟ ਟਿਊਬਸ ਨੇ, ਇੱਕ ਦੇ ਵਿੱਚ ਇਹ ਸੋਲੂਸ਼ਨ ਪਿਆ ਹੋਇਆ, ਇੱਕ ਵਿੱਚ ਇਹ ਐਕੁਅਸ ਸੋਲੂਸ਼ਨ ਪਿਆ। ਕਲਰ ਆਈਡੈਂਟੀਫਿਕੇਸ਼ਨ ਤੁਹਾਨੂੰ ਨਹੀਂ ਪਤਾ ਕਿ ਕਲਰ ਕਿਹਦਾ ਕੀ ਹੈ। ਤੁਸੀਂ ਪਤਾ ਕਰਨਾ ਕਿ ਕਿਹਦੇ ਜਿਹੜਾ ਆਇਓਨਾਈਜੇਸ਼ਨ ਸਫੀਅਰ ਹੈ ਉਹ 'ਚ ਸਲਫੇਟ ਆਇਨ ਹੈ ਅਤੇ ਕਿਹਦੇ ਆਇਓਨਾਈਜੇਸ਼ਨ ਸਫੀਅਰ ਦੇ ਵਿੱਚ ਬ੍ਰੋਮਾਈਡ ਆਇਨ ਹੈ। ਬੇਰੀਅਮ ਕਲੋਰਾਈਡ ਟੈਸਟ ਲਗਾ ਦਿਓ। ਬੇਰੀਅਮ ਕਲੋਰਾਈਡ ਐਕੁਅਸ ਸੋਲੂਸ਼ਨ ਜਿਹੜਾ ਉਹ ਤੁਸੀਂ ਟੈਸਟ ਟਿਊਬ ਦੇ ਵਿੱਚ ਪਾਓ, ਜਿਹਦੇ ਵਿੱਚ ਵਾਈਟ ਪ੍ਰੈਸੀਪੀਟੇਸ਼ਨ ਹੋ ਗਈ, ਇਹਦਾ ਮਤਲਬ ਉਹਦੇ ਆਇਓਨਾਈਜੇਸ਼ਨ ਸਫੀਅਰ ਦੇ ਵਿੱਚ ਸਲਫੇਟ ਹੈ। ਹੁਣ ਸਲਫੇਟ ਤਾਂ ਇਹਦੇ 'ਚ ਵੀ ਹੈ, ਪਰ ਲੇਕਿਨ ਇਹ ਆ ਗਿਆ ਕੋਆਰਡੀਨੇਸ਼ਨ ਸਫੀਅਰ ਦੇ ਵਿੱਚ। ਇਹਦੇ ਵਿੱਚ ਸਲਫੇਟ ਨੂੰ ਕੁਛ ਨਹੀਂ ਹੋਣਾ ਕਿਉਂਕਿ ਇਹ ਸਫੀਅਰ ਹੈ। ਇਸ ਆਇਨਿਕ ਜਿਹੜਾ ਉਹ ਪੂਰਾ ਸਫੀਅਰ ਹੀ ਬਣਦਾ ਪਿਆ। ਇਹ ਤੁਸੀਂ ਪਿਛਲੇ ਜਿਹੜੀ IUPAC ਨੇਮਿੰਗ ਤੋਂ ਪਹਿਲੇ ਪ੍ਰੋਪਰਟੀਜ਼ ਪੜ੍ਹ ਚੁੱਕੇ ਹੋ ਕਿ ਜਿਹੜੀਆਂ ਚੀਜ਼ਾਂ ਆਇਨ ਜਿਹੜਾ ਕੋਆਰਡੀਨੇਸ਼ਨ ਸਫੀਅਰ ਦੇ ਵਿੱਚ ਆ ਜਾਂਦੀਆਂ ਨੇ ਉਹ ਐਜ਼ ਇੰਟੈਕਟ ਰਹਿੰਦੀਆਂ ਨੇ, ਇੱਕ ਪੂਰੀ ਐਂਟਾਈਟੀ ਜਿਹੜੀ ਹੈ ਉਹ ਐਕਟ ਕਰਦੀ ਹੈ। ਉਹਨਾਂ 'ਚੋਂ ਕੋਈ ਵੀ ਚੀਜ਼ ਜਿਹੜੀ ਉਹ ਬਾਹਰ ਨਹੀਂ ਕੱਢੀ ਜਾ ਸਕਦੀ। ਠੀਕ, ਅੰਡਰਸਟੈਂਡ? ਐਂਡ ਦਿਸ ਇਜ਼ ਆਲ ਅਬਾਊਟ ਆਇਓਨਾਈਜੇਸ਼ਨ ਆਈਸੋਮਰਿਜ਼ਮ। ਦੇਖੋ ਨੈਕਸਟ ਹੈ ਸੋਲਵੇਟ ਆਈਸੋਮਰਿਜ਼ਮ। ਸੋਲਵੇਟ ਆਈਸੋਮਰਿਜ਼ਮ ਦੇ ਵਿੱਚ ਗੱਲ ਆ ਜਾਂਦੀ ਹੈ ਵਾਟਰ ਮੋਲੀਕਿਊਲ ਦੀ। ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹਨੂੰ ਅਸੀਂ ਜਿਹੜਾ ਉਹ ਹਾਂਜੀ ਸੋਲਵੇਟ ਆਈਸੋਮਰਿਜ਼ਮ ਔਰ ਹਾਈਡਰੇਟ ਆਈਸੋਮਰਿਜ਼ਮ। ਹੁਣ ਬਾਈ ਡੈਫੀਨੇਸ਼ਨ ਆ ਜਾਂਦਾ ਕਿ ਦੋਜ਼ ਕੰਪਾਊਂਡਸ ਵਿਚ ਹੈਵ ਸੇਮ ਕੈਮੀਕਲ ਫਾਰਮੂਲਾ but differ with respect to number of water molecules inside and outside of coordination sphere are called solvate isomers or hydrate isomers। दोबारा सुन लो कि यह isomerism जड़ा है this is regarding water number of water molecules
which are present inside and outside coordination sphere. For example, मैं इत्थे एक एग्जाम्पल लैना, क्रोमियम की एग्जाम्पल है, Cr H2O 6 टाइम तो Cl3 एक सिंपल कंपलैक्स है जिहदा नाम हैक्सा एक्वा क्रोमियम 3 क्लोराइड। IUPAC नेम हुण बार बार लिखण की लोड़ नहीं है, तुहानूं आप आने चाहिए। ठीक है, हुण जे इहदा मॉलिक्यूलर फॉर्मूले की गल करिए तो इहदे च एक क्रोमियम है 6H2O ने ते 3 जिहड़े ने वो Cl ने। हुण अकॉर्डिंग टू आइसोमरिज्म, हाइड्रेट आइसोमरिज्म है कि नंबर ऑफ वाटर मॉलिक्यूल्स इनसाइड एंड गेटिंग आउटसाइड ऑफ कोऑर्डिनेशन स्फीयर। हुण मैं जे मान लो रिएक्शन कंडीशनस इहो जिहियां हो जांदियां ने कि यह इस तरह का बन जाए H2O 5 Cl Cl2 ते वाटर मॉलिक्यूल एक बाहर आ जाए। दिस इज़ हाइड्रेटेड सैंपल, यह एक हाइड्रेटेड सैंपल है। हुण इहदे च भी क्रोमियम एक ही रहा, 5 ते 1 6 वाटर मॉलिक्यूल 6 ही रहे, तो Cl भी जिहड़े ने वो 3 टाइम्स ही रहे, वो 3 ही रहे, पर लेकिन स्ट्रक्चर चेंज हो गया। यह स्ट्रक्चर चेंज होने के नाल सारियां प्रॉपर्टीज़ जिहड़ियां ने वो चेंज हो जांदियां ने। IUPAC नेम चेंज हो गया। यह पहले हाइड्रेट फॉर्म सीगा, पर लेकिन ये सारे जिहड़े एक्वस या वाटर मॉलिक्यूल सीगे वो इनसाइड ऑफ कोऑर्डिनेशन स्फीयर सीगे, पर लेकिन इत्थे चेंज आ गया। ठीक है, होर चेंज इह आ जाएगा जे मान लो Cr H2O 4 Cl2 Cl एक बाहर रह जाए तो वाटर मॉलिक्यूल 2 बाहर हो जाए। डाईहाइड्रेट, दिस इज़ मोनोहाइड्रेट, डाईहाइड्रेट आ जाएगा। ठीक है, बाईहाइड्रेट और डाईहाइड्रेट जिन्होंने असीं कहने। फिर एक क्रोमियम है 6 4 ते 2 6 वाटर मॉलिक्यूल ने, 2 ते 1 3 Cl। मॉलिक्यूलर फार्मूला रिमेन सेम, पर लेकिन इनसाइड एंड आउटसाइड वाटर मॉलिक्यूल्स का जिहड़ा फर्क पै रहा। दिस इज़ वाई इट इज़ हाइड्रेट आइसोमरिज्म। होर चेंज लेट अस सी Cr H2O 3 वाटर मॉलिक्यूल आ गए, ट्राईहाइड्रेट कंडीशन आ गई। देखो क्रोमियम का जिहड़ा कोऑर्डिनेशन नंबर तो 6 ही रहा। कोऑर्डिनेशन नंबर इज़ कि क्रोमियम नूं 6 चीज़ां ने जिहड़ा वो घेरिया होया, लाइक दिस। यह क्रोमियम है, एक वाटर मॉलिक्यूल, दूसरा वाटर मॉलिक्यूल, तीसरा वाटर मॉलिक्यूल, चौथा, पंजवां ते 6वां। जे स्ट्रक्चर ही वेखीए ये वाली कोऑर्डिनेशन नंबर 6 आ गया। जे हुण आइसोमरिज्म होया तो कोऑर्डिनेशन नंबर तो 6 ही रहना है ना। क्रोमियम का कोऑर्डिनेशन नंबर तो 6 ही रहना। वो 6 किस तरह हो गया, 5 ते 1 6, एक H2O बाहर निकल गया। इत्थे भी कोऑर्डिनेशन नंबर क्रोमियम का 6 ही रहा, 4 ते 2 6 चीज़ां ने क्रोमियम नूं घेरिया होया। इत्थे भी 6 ही रहा, क्रोमियम 3 ते 3 6। कोऑर्डिनेशन नंबर इनसाइड ऑफ कोऑर्डिनेशन स्फीयर ऑफ मैटल रिमेन सेम। इस तरीके नाल चेंज आ रहा। तो वाटर मॉलिक्यूल जिहड़े ने वो इनसाइड एंड आउटसाइड कोऑर्डिनेशन स्फीयर के जिहड़ा चेंज दे नाल स्ट्रक्चर का सारा फर्क पै जाएगा, उसकी केमिस्ट्री का फर्क पै जाएगा। मॉलिक्यूलर फॉर्मूला रिमेन सेम। दिस इज़ कॉल्ड हाइड्रेट आइसोमरिज्म। काफ़ी इंपॉर्टेंट है हाइड्रेट आइसोमरिज्म, इन्हें नोट कर लो। थर्ड इज़ लिंकेज आइसोमरिज्म। लिंकेज आइसोमरिज्म हुण असीं नैक्सट लैक्चर दे विच करांगे। अज लई इन्ना बड़ा, इन्हूं थोड़ा जिहा तुसीं पिछों रिवाइज़ कर लो, इहदा UPSC नेमिंग वगैरह जिहड़ी वो रिवाइज़ कर लो तां जो अगे करन च आसानी होवे। ठीक है जी, थैंक यू जी, गुड बाय।